ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਗਿਲਸ ਮੈਂਟੋਰ ਪੰਜਾਬ ਦਾ ਇੱਕ ਇਹੋ ਜਿਹਾ ਔਨਲਾਈਨ ਸਟੱਡੀ ਚੈਨਲ ਹੈ ਜਿਸ ਦੇ ਨਾਲ ਜੁੜ ਕੇ ਤੁਸੀਂ ਆਪਣੇ ਕਿਸੇ ਵੀ ਐਗਜ਼ਾਮ ਦੀ ਘਰ ਬੈਠ ਕੇ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਕਰ ਸਕਦੇ ਹੋ। ਸਾਡੇ ਚੈਨਲ ਨਾਲ ਜੁੜ ਕੇ ਤੁਸੀਂ ਡੇਲੀ ਲਾਈਵ ਕਲਾਸਿਸ ਜੁਆਇਨ ਕਰ ਸਕਦੇ ਹੋ। ਕੋਈ ਵੀ ਕੋਰਸ ਤੁਸੀਂ ਜੁਆਇਨ ਕਰ ਸਕਦੇ ਹੋ ਜੋ ਵੀ ਤੁਸੀਂ ਐਗਜ਼ਾਮ ਦੇਣਾ ਚਾਹੁੰਦੇ ਹੋ। ਉਸ ਦੇ ਲਈ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਫਸਟ ਟਾਈਮ ਜ਼ਰੂਰ ਕਰ ਲਓ ਔਰ ਨਾਲ ਹੀ ਜੋ ਬੈਲ ਆਈਕਨ ਹੈ ਉਸ ਨੂੰ ਪ੍ਰੈਸ ਕਰਨਾ ਨਾ ਭੁੱਲਣਾ, ਤਾਂ ਕਿ ਹਰ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ ਅਤੇ ਕੋਈ ਵੀ ਤੁਹਾਡੇ ਕੋਲੋਂ ਕੋਈ ਵੀ ਕਲਾਸ ਹੈ ਜਾਂ ਕੋਈ ਵੀ ਜਿਹੜੀ ਜਾਣਕਾਰੀ ਹੈ ਉਹ ਮਿਸ ਨਾ ਹੋਵੇ। ਤੁਸੀਂ YouTube 'ਤੇ ਸਾਡੇ ਚੈਨਲ ਨੂੰ ਗਿਲਸ ਮੈਂਟੋਰ ਨਾਂ ਤੋਂ ਸਰਚ ਕਰ ਸਕਦੇ ਹੋ। ਉੱਥੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡੀਆਂ ਜਿਹੜੀਆਂ ਕਲਾਸਿਸ ਚੱਲ ਰਹੀਆਂ ਜਾਂ ਜਿਹੜੀਆਂ ਸਾਡੀਆਂ ਡੇਲੀ ਲਾਈਵ ਕਲਾਸਿਸ ਚੱਲਦੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਅੱਗੇ ਪਿੱਛੇ ਕਲਾਸਿਸ ਹੋ ਚੁੱਕੀਆਂ ਉਹਨਾਂ ਸਭ ਦੇ ਜਿਹੜੇ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ। ਉੱਥੇ ਹੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡੇ ਜਿਹੜੇ ਗਰੁੱਪ ਬਣੇ ਹੋਏ ਆ, ਜਿਵੇਂ ਟੈਲੀਗ੍ਰਾਮ ਗਰੁੱਪ ਹੋ ਗਿਆ, ਵਟਸਐਪ ਗਰੁੱਪ ਹੋ ਗਿਆ, ਇਹਨਾਂ ਸਭ ਦੇ ਜਿਹੜੇ ਲਿੰਕ ਹੈ ਉਹ ਵੀ ਉੱਥੇ ਮਿਲ ਜਾਣਗੇ। ਤੁਸੀਂ ਕੋਈ ਸੇ ਵੀ ਜਿਹੜੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਅਤੇ ਹੋਰ ਵੀ ਜਿਹੜੀ ਹੈ ਇਨਫੋਰਮੇਸ਼ਨ ਲੈ ਸਕਦੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜਿੱਥੇ ਵੀ ਤੁਸੀਂ ਜਿਸ ਵੀ ਕਿਸੇ ਬੰਦੇ ਨਾਲ ਜੁੜੇ ਹੋਏ ਹੋ, ਜੋ ਵੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਜਾਂ ਕਿਸੇ ਨੂੰ ਕਿਸੇ ਵੀ ਜੋਬ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਤਾਂ ਹਰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਤਾਂ ਕਿ ਹਰ ਕਿਸੇ ਤੱਕ ਜਿਹੜੀ ਵੀ ਜ਼ਰੂਰੀ ਇਨਫੋਰਮੇਸ਼ਨ ਹੈ ਉਹ ਪਹੁੰਚ ਸਕੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ, ਜਿਵੇਂ ਕਿ ਜੋ ਵੀ ਅਪਕਮਿੰਗ ਪੋਸਟਾਂ ਆ ਰਹੀਆਂ, ਜਿਵੇਂ ਪੰਜਾਬ ਪਟਵਾਰੀ ਦੀ ਹੋ ਗਈ, ਪੰਜਾਬ NTT ਹੋ ਗਿਆ, ਠੀਕ ਹੈ, PSCB ਕਲਰਕ ਹੋ ਗਿਆ, ਪੰਜਾਬ ਪੁਲਿਸ ਹੋ ਗਿਆ, ਇਹਨਾਂ ਸਭ ਦੇ ਲਈ ਜਿਹੜੇ ਕੋਰਸ ਹੈ ਉਹ ਵੀ ਚੱਲ ਰਹੇ ਹੈ ਔਰ ਇਹਨਾਂ ਸਭ ਦੇ ਲਈ ਟੈਸਟ ਸੀਰੀਜ਼ ਵੀ ਅਵੇਲੇਬਲ ਹੈ। ਜੇ ਤੁਸੀਂ ਆਪਣੀ ਪ੍ਰੈਪਰੇਸ਼ਨ ਹੈ ਜਿਹੜੀ ਉਸਨੂੰ ਚੈੱਕ ਕਰਨਾ ਚਾਹੁੰਦੇ ਹੋ, ਆਪਣੀ ਪਰਫੋਰਮੈਂਸ ਨੂੰ, ਤਾਂ ਉਸ ਦੇ ਲਈ ਤੁਸੀਂ ਟੈਸਟ ਸੀਰੀਜ਼ ਵੀ ਲੈ ਸਕਦੇ ਹੋ। ਪਰ ਉਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.gilsmentortest.com 'ਤੇ ਜਾ ਕੇ ਉੱਥੋਂ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਡੀ ਜ਼ਰੂਰਤ ਹੈ ਉਸ ਦੇ ਹਿਸਾਬ ਨਾਲ ਤੁਸੀਂ ਆਪਣਾ ਕੋਰਸ ਜੁਆਇਨ ਕਰ ਸਕਦੇ ਹੋ। ਟੈਸਟ ਸੀਰੀਜ਼ ਹੈ ਜਿਹੜੀ ਉਹ ਵੀ ਲੈ ਸਕਦੇ ਹੋ। ਤੁਸੀਂ ਗੂਗਲ ਪਲੇ 'ਤੇ ਜਾ ਕੇ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਗਿਲਸ ਮੈਂਟੋਰ ਦੇ ਨਾਂ ਤੋਂ, ਜਾਂ ਉਸ ਐਪ ਦਾ ਲਿੰਕ ਹੈ ਜਿਹੜਾ ਉਹ ਇਸ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜੂਗਾ ਇਸ ਵੀਡੀਓ ਦੇ। ਉੱਥੋਂ ਵੀ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ। ਐਪ ਡਾਊਨਲੋਡ ਕਰਨ ਦੇ ਨਾਲ ਉਸ 'ਤੇ ਤੁਹਾਨੂੰ ਬੈਚਿਸ ਦੀ ਟਾਈਮਿੰਗ, ਜਿਹੜੇ ਬੈਚ ਚੱਲ ਰਹੇ, ਤੁਸੀਂ ਕਿਸੇ ਵੀ ਬੈਚ ਦੇ ਵਿੱਚ ਅਨਰੋਲ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸਾਡੀ ਐਪ 'ਤੇ ਜਾ ਕੇ ਹੋਰ ਵੀ ਉਸ ਬਾਰੇ ਇਨਫੋਰਮੇਸ਼ਨ ਹੈ ਜਿਹੜੀ ਉਹ ਲੈ ਸਕਦੇ ਹੋ। ਉੱਥੇ ਤੁਹਾਨੂੰ PDF ਨੋਟਸ, ਈ ਬੁੱਕਸ, ਸਟੱਡੀ ਮਟੀਰੀਅਲ ਸਭ ਕੁਝ ਉੱਥੇ ਐਪ 'ਤੇ ਵੀ ਅਵੇਲੇਬਲ ਹੈ, ਤੁਸੀਂ ਜੁਆਇਨ ਕਰ ਸਕਦੇ ਹੋ। ਹੁਣ ਗੱਲ ਕਰਦੇ ਆਪਾਂ ਆਪਣੀ ਅੱਜ ਦੀ ਕਲਾਸ ਦੀ। ਅੱਜ ਆਪਾਂ ਪੰਜਾਬੀ ਵਿਆਕਰਨ ਦੀ ਆਪਣੀ ਜਿਹੜੀ ਕਲਾਸ ਹੈ 17ਵੀਂ ਯਾਨੀ ਕਿ 17th ਕਲਾਸ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਆਪਾਂ ਅੱਜ ਕਰਾਂਗੇ ਕਿਰਿਆ, ਕਿ ਕਿਰਿਆ ਕੀ ਹੁੰਦੀ ਹੈ, ਜਿਸ ਨੂੰ ਇੰਗਲਿਸ਼ ਦੇ ਵਿੱਚ ਆਪਾਂ ਵਰਬ ਬੋਲ ਦਿੰਦੇ ਹਾਂ। ਕਿਰਿਆ ਕੀ ਹੁੰਦੀ, ਉਸ ਦੀਆਂ ਕਿੰਨੀਆਂ ਟਾਈਪਸ ਹੈ, ਠੀਕ ਹੈ। ਇਹ ਜਿਹੜਾ ਅੱਜ ਆਪਾਂ ਆਪਣੀ ਅੱਜ ਦੀ ਕਲਾਸ ਦੇ ਵਿੱਚ ਇਹ ਟੌਪਿਕ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜੀ ਆਪਾਂ ਦੇਖਾਂਗੇ ਕਿ ਕਿਰਿਆ ਹੁੰਦੀ ਕੀ ਹੈ। ਕਿਰਿਆ ਮਨੁੱਖ ਸੰਸਾਰ ਵਿੱਚ ਰਹਿੰਦਿਆਂ ਕੋਈ ਨਾ ਕੋਈ ਕਿਰਿਆ ਕਰਦਾ ਰਹਿੰਦਾ ਹੈ। ਜਦੋਂ ਵੀ ਆਪਾਂ ਸੰਸਾਰ ਵਿੱਚ ਜਿਹੜਾ ਵੀ ਮਨੁੱਖ ਰਹਿੰਦਾ ਉਹ ਕੋਈ ਨਾ ਕੋਈ ਕਿਰਿਆ ਕਰਦਾ। ਕਿਰਿਆ ਅਸਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਕੰਮ ਹੈ, ਪਰ ਜਦੋਂ ਵੀ ਕੋਈ ਮਨੁੱਖ ਜਿੱਥੇ ਵੀ ਰਹਿ ਰਿਹਾ ਤਾਂ ਉਹ ਕੋਈ ਨਾ ਕੋਈ ਕੰਮ ਕਰਦਾ ਹੈ। ਕਿਰਿਆ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਤੋਂ ਸਾਨੂੰ ਕਿਸੇ ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ, ਠੀਕ ਹੈ ਜੀ। ਕਾਰਜੀ ਸਥਿਤੀ ਦੀ ਸੂਚਨਾ ਮਿਲਦੀ ਹੈ। ਜਦੋਂ ਕੋਈ ਕੰਮ ਕਰਦੇ ਹੋ ਉਸਦੀ ਕੀ ਪੋਜੀਸ਼ਨ ਹੈ, ਕੀ ਸਥਿਤੀ ਹੈ, ਉਸਦੀ ਸੂਚਨਾ ਮਿਲਦੀ ਹੈ, ਉਹ ਕੀ ਹੁੰਦਾ, ਉਹਨਾਂ ਸ਼ਬਦਾਂ ਨੂੰ ਆਪਾਂ ਕੀ ਕਹਿ ਦਿੰਦੇ, ਕਿਰਿਆ, ਠੀਕ ਹੈ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ, ਸੌਰੀ ਇੱਥੇ ਹਰ ਹੈ, ਰਾਰਾ ਆਉਣਾ ਮਗਰ, ਠੀਕ ਹੈ ਜੀ। ਹਰ ਵਾਕ ਵਿੱਚ ਕੋਈ ਨਾ ਕੋਈ ਕਿਰਿਆ ਹੁੰਦੀ ਹੈ। ਬਿਨਾਂ ਕਿਰਿਆ ਤੋਂ ਕਿਸੇ ਵਾਕ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਕਿਰਿਆ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਹਰੇਕ ਵਾਕ ਦੇ ਵਿੱਚ ਕੋਈ ਨਾ ਕੋਈ ਕਿਰਿਆ ਜ਼ਰੂਰ ਹੁੰਦੀ ਹੈ, ਅਤੇ ਉਸ ਤੋਂ ਬਿਨਾਂ ਕਿਸੇ ਵੀ ਕਿਰਿਆ ਤੋਂ ਬਿਨਾਂ ਕੋਈ ਵੀ ਜਿਹੜਾ ਵਾਕ ਹੈ
ਉਹ ਨਹੀਂ ਬਣ ਸਕਦਾ। ਇਸ ਕਰਕੇ ਕਿਰਿਆ ਜਿਹੜਾ ਹੈ ਉਹ ਵਾਕ ਦਾ ਇੱਕ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਮਹੱਤਵਪੂਰਨ ਹਿੱਸਾ ਹੈ ਜਾਂ ਪਾਰਟ ਹੈ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਿੱਚ ਆਮ ਤੌਰ 'ਤੇ ਕਿਰਿਆ ਵਾਕ ਦੇ ਅੰਤ ਵਿੱਚ ਵਿਚਰਦੀ ਹੈ, ਪਰ ਆਮ ਬੋਲਚਾਲ ਵਾਲੀ ਬੋਲੀ ਵਿੱਚ ਇਸ ਦੇ ਸਥਾਨ ਵਿੱਚ ਤਬਦੀਲੀ ਵੀ ਸੰਭਵ ਹੈ। ਜਦੋਂ ਆਪਾਂ ਵਾਕ ਬਣਾਉਂਦੇ ਹਾਂ ਤਾਂ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਆਪਾਂ ਵਾਕ ਬਣਾਉਂਦੇ ਹਾਂ ਤਾਂ ਉਸ ਦੇ ਵਿੱਚ ਕੀ ਹੁੰਦਾ ਕਿ ਜ਼ਿਆਦਾਤਰ ਕੀ ਹੁੰਦਾ, ਜਿਹੜੀ ਕਿਰਿਆ ਹੁੰਦੀ ਉਹ ਵਾਕ ਦੇ ਅੰਤ ਵਿੱਚ ਲੱਗਦੀ ਹੈ, ਠੀਕ ਹੈ। ਤਾਂ ਪਰ ਜਦੋਂ ਆਪਾਂ ਆਮ ਬੋਲਚਾਲ ਦੀ ਬੋਲੀ ਦੇ ਵਿੱਚ ਬੋਲਦੇ ਹਾਂ ਤਾਂ ਉਸ ਟਾਈਮ ਹੈ ਜਿਹੜੀ ਕਿਰਿਆ ਹੈ ਉਸਦੀ ਜਗ੍ਹਾ, ਉਸਦਾ ਸਥਾਨ ਹੈ, ਉਸਦੇ ਵਿੱਚ ਤਬਦੀਲੀ ਵੀ ਹੋ ਸਕਦੀ ਹੈ। ਕਦੇ ਉਹ ਵਾਕ ਦੇ ਅਖੀਰ 'ਚ ਜਾ ਸਕਦੀ ਹੈ, ਕਦੇ ਉਹ ਪਹਿਲਾਂ ਵੀ ਆ ਸਕਦੀ ਹੈ ਜਦੋਂ ਆਪਾਂ ਆਮ ਬੋਲਚਾਲ ਦੀ ਭਾਸ਼ਾ 'ਚ ਵਰਤਦੇ ਹਾਂ, ਠੀਕ ਹੈ। ਪਰ ਜਦੋਂ ਆਪਾਂ ਵਾਕ ਬਣਤਰ ਕਰਦੇ ਹਾਂ ਉਸ ਦੇ ਵਿੱਚ ਜ਼ਿਆਦਾਤਰ ਕਿਰਿਆ ਜਿਹੜੀ ਉਹ ਵਾਕ ਦੇ ਅਖੀਰ ਦੇ ਵਿੱਚ ਹੀ ਵਿਚਰਦੀ ਹੈ। ਹੁਣ ਆਪਾਂ ਕਿਰਿਆ ਦੀ ਪਰਿਭਾਸ਼ਾ ਦੇਖ ਲੈਂਦੇ ਹਾਂ। ਪਹਿਲਾਂ ਆਪਾਂ ਪੜ੍ਹਿਆ ਸੀ ਕਿ ਕਿਰਿਆ ਕੀ ਹੁੰਦੀ, ਉਹਦਾ ਇੱਕ ਜਿਵੇਂ ਆਪਾਂ ਮੀਨਿੰਗ ਸਮਝਿਆ ਸੀ, ਮਤਲਬ ਸਮਝਿਆ ਸੀ, ਅਰਥ। ਹੁਣ ਆਪਾਂ ਇਸ ਦੀ ਸਹੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਉਹ ਸ਼ਬਦ ਜਿਹੜੇ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਸਹਿਣਾ ਕਾਲ ਸਹਿਤ ਪ੍ਰਗਟ ਕਰਨ ਕਿਰਿਆ ਅਖਵਾਉਂਦੇ ਹਨ। ਜਿਹੜੇ ਸ਼ਬਦ ਕੀ ਕਰਦੇ ਆ ਕਿ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਸਹਿਣਾ ਕਾਲ ਸਹਿਤ, ਕਾਲ ਦਾ ਮਤਲਬ ਹੁੰਦਾ ਕਿ ਟਾਈਮ, ਠੀਕ ਹੈ। ਇਹ ਵੀ ਆਪਾਂ ਅਗਲੀ ਨੈਕਸਟ ਕਲਾਸਿਸ ਦੇ ਵਿੱਚ ਕਰਾਂਗੇ ਕਿ ਕਾਲ ਕੀ ਹੁੰਦਾ, ਇਸ ਦੀਆਂ ਕਿੰਨੀਆਂ ਟਾਈਪਸ ਹੈ। ਤਾਂ ਉਸਦੇ ਸਾਹਿਤ ਜਿਹੜਾ ਪ੍ਰਗਟ ਕਰਦੇ ਆ, ਕਾਲ ਸਹਿਤ ਪ੍ਰਗਟ ਕਰਦੇ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕਿਰਿਆ। ਜਿਵੇਂ ਖਾ, ਪੀ, ਜਾ, ਲਿਖ, ਖੇਡਦਾ, ਪੜ੍ਹਦੀ ਆਦਿ, ਇਹ ਸਾਰੇ ਕੀ ਹੈ, ਕਿਰਿਆ ਹੈ। ਹੇਠਾਂ ਦਿੱਤੇ ਗਏ ਵਾਕਾਂ ਵਿੱਚ ਲਿਖਦੀ ਤੇ ਭੌਂਕਦਾ ਸ਼ਬਦ ਕਿਸੇ ਪੁਰਖ ਜਾਂ ਵਸਤੂ ਦਾ ਕੰਮ ਕਾਲ ਸਹਿਤ ਪ੍ਰਗਟ ਕਰ ਰਹੇ ਹਨ। ਇਹ ਸ਼ਬਦ ਕਿਰਿਆ ਅਖਵਾਉਂਦੇ ਹਨ। ਹੁਣ ਆਪਾਂ ਨੂੰ ਨੀਚੇ ਵਾਕ ਦਿੱਤੇ ਗਏ ਆ, ਉਹਨਾਂ ਦੇ ਵਿੱਚ ਲਿਖਦੀ ਤੇ ਭੌਂਕਦਾ ਜਿਹੜੇ ਦੋ ਸ਼ਬਦ ਦਿੱਤੇ ਗਏ ਆ, ਉਹ ਕਿਸੇ ਕੰਮ ਦਾ ਹੋਣਾ ਕਾਲ ਸਹਿਤ ਪ੍ਰਗਟ ਕਰ ਰਹੇ ਆ, ਤਾਂ ਉਹ ਸ਼ਬਦ ਕੀ ਅਖਵਾਉਂਦੇ ਆ, ਕਿਰਿਆ। ਜਿਵੇਂ ਪਹਿਲਾ ਵਾਕ ਹੈ ਸਲਮਾ ਚਿੱਠੀ ਲਿਖਦੀ ਹੈ, ਅਤੇ ਇਸ ਦੇ ਵਿੱਚ ਜਿਹੜਾ ਲਿਖਦੀ ਆ ਗਿਆ ਆਪਣੇ ਕੋਲ ਸ਼ਬਦ, ਇਹ ਕੀ ਹੈ, ਇਹ ਆਪਣੀ ਕਿਰਿਆ ਹੈ। ਔਰ ਕੀ ਕਰ ਰਹੀ, ਉਹ ਚਿੱਠੀ ਲਿਖਦੀ ਹੈ, ਅਤੇ ਇਹ ਆਪਾਂ ਨੂੰ ਮਤਲਬ ਉਹ ਸਲਮਾ ਦੁਆਰਾ ਜਿਹੜਾ ਕੰਮ ਕੀਤਾ ਜਾ ਰਿਹਾ ਉਹਨੂੰ ਪ੍ਰਗਟ ਕਰ ਰਿਹਾ, ਤਾਂ ਇਹ ਕੀ ਹੋ ਗਿਆ, ਆਪਣੇ ਕੋਲੇ ਕਿਰਿਆ, ਠੀਕ ਹੈ ਜੀ। ਕੁੱਤਾ ਭੌਂਕਦਾ ਹੈ, ਅਤੇ ਇਸ ਦੇ ਵਿੱਚ ਜਿਹੜਾ ਭੌਂਕਦਾ ਸ਼ਬਦ ਆ ਗਿਆ ਉਹ ਵੀ ਕੀ ਹੈ, ਕਿਰਿਆ ਹੈ। ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲੇ ਆ ਗਿਆ ਜੀ ਕਰਤਾ ਅਤੇ ਕਰਮ। ਹੁਣ ਕਿਰਿਆ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਕਰਤਾ ਹੁੰਦਾ, ਇੱਕ ਕਰਮ ਹੁੰਦਾ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਰਤਾ ਅਤੇ ਕਰਮ ਕੀ ਹੁੰਦੇ ਆ। ਜਿਵੇਂ ਇੰਗਲਿਸ਼ ਦੇ ਵਿੱਚ ਆਪਾਂ ਜਦੋਂ ਵਰਬ ਕਰਦੇ ਤਾਂ ਉਸਦੇ ਵਿੱਚ ਆਪਾਂ ਕਰਦੇ ਹਾਂ ਸਬਜੈਕਟ ਆਬਜੈਕਟ, ਤਾਂ ਪੰਜਾਬੀ ਦੇ ਵਿੱਚ ਉਹ ਕੀ ਹੁੰਦੇ ਆ, ਕਰਤਾ ਅਤੇ ਕਰਮ। ਤਾਂ ਇਸ ਕਰਕੇ ਆਪਾਂ ਨੂੰ ਇਸ ਚੀਜ਼ ਦਾ ਵੀ ਪਤਾ ਹੋਣਾ ਚਾਹੀਦਾ। ਤਾਂ ਕਹਿੰਦੇ ਕਿਰਿਆ ਤੋਂ ਹੀ ਕਰਤਾ ਅਤੇ ਕਰਮ ਦਾ ਪਤਾ ਲੱਗਦਾ ਹੈ। ਜਦੋਂ ਆਪਾਂ ਕਿਰਿਆ ਕਰਦੇ ਹਾਂ ਉਹਦੇ ਵਿੱਚ ਹੀ, ਉਸ ਕਿਰਿਆ ਤੋਂ ਹੀ ਆਪਾਂ ਨੂੰ ਕਰਤਾ ਅਤੇ ਕਰਮ ਦਾ ਪਤਾ ਲੱਗਦਾ ਕਿ ਕਰਮ ਕਿਹੜਾ ਹੈ ਅਤੇ ਕਰਤਾ ਕਿਹੜਾ ਹੈ, ਠੀਕ ਹੈ ਜੀ। ਇਹ ਆਪਾਂ ਨੂੰ ਕਿਰਿਆ ਤੋਂ ਹੀ ਪਤਾ ਲੱਗਦਾ। ਪਹਿਲਾਂ ਆਪਾਂ ਦੇਖਦੇ ਕਰਤਾ ਕੀ ਹੁੰਦਾ, ਤਾਂ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਕਿਹਾ ਜਾਂਦਾ ਹੈ। ਵਾਕ ਦੇ ਵਿੱਚ ਜਦੋਂ ਆਪਾਂ ਕੋਈ ਵਾਕ ਲਿਖਦੇ ਹਾਂ ਉਸਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕਰਤਾ। ਅਤੇ ਕਰਮ ਕੀ ਹੁੰਦਾ ਕਿ ਵਾਕ ਵਿੱਚ ਜਿਸ ਉੱਪਰ ਕੰਮ ਕੀਤਾ ਜਾਵੇ ਉਸਨੂੰ ਕਰਮ ਕਿਹਾ ਜਾਂਦਾ ਹੈ। ਤਾਂ ਵਾਕ ਦੇ ਵਿੱਚ ਜਿਸ ਦੇ ਉੱਪਰ ਕੰਮ ਕੀਤਾ ਜਾਂਦਾ ਉਸਨੂੰ ਆਪਾਂ ਕਰਮ ਕਹਿ ਦਿੰਦੇ ਹਾਂ, ਔਰ ਜੋ ਕੰਮ ਕਰ ਰਿਹਾ ਹੁੰਦਾ ਉਹ ਕੀ ਹੁੰਦਾ, ਉਹ ਕਰਤਾ ਹੁੰਦਾ। ਜਿਵੇਂ ਅੱਗੇ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ, ਵਾਕ ਦੇ ਨਾਲ ਸਮਝ ਲੈਂਦੇ ਇਸ ਨੂੰ। ਤਾਂ ਜਿਵੇਂ ਰਾਮ ਫੁੱਟਬਾਲ ਖੇਡਦਾ ਹੈ, ਇਹ ਆਪਾਂ ਨੂੰ ਵਾਕ ਦਿੱਤਾ ਗਿਆ। ਤਾਂ ਹੁਣ ਕਹਿੰਦੇ ਇਸ ਵਾਕ ਵਿੱਚ ਰਾਮ ਕਰਤਾ ਹੈ ਕਿਉਂਕਿ ਉਹ ਕੰਮ ਕਰਨ ਵਾਲਾ ਹੈ, ਅਤੇ ਫੁੱਟਬਾਲ ਕਰਮ ਹੈ ਕਿਉਂਕਿ ਉਸ ਉੱਪਰ ਕੰਮ ਹੋ ਰਿਹਾ ਹੈ, ਠੀਕ ਹੈ ਜੀ। ਫੁੱਟਬਾਲ ਕੌਣ ਖੇਡ ਰਿਹਾ, ਤਾਂ ਫੁੱਟਬਾਲ ਰਾਮ ਖੇਡ ਰਿਹਾ, ਇਸ ਕਰਕੇ ਰਾਮ ਕੀ ਹੈ, ਕਰਤਾ ਹੈ, ਠੀਕ ਹੈ, ਕਿਉਂਕਿ ਉਹ ਕੰਮ ਕਰ ਰਿਹਾ ਹੈ। ਔਰ ਕੰਮ ਕਿਸ ਦੇ ਉੱਪਰ ਹੋ ਰਿਹਾ, ਕੰਮ ਕਿਸ ਦੇ ਉੱਪਰ ਹੋ ਰਿਹਾ, ਫੁੱਟਬਾਲ ਦੇ, ਕਿਉਂਕਿ ਉਹ ਫੁੱਟਬਾਲ ਨਾਲ ਖੇਡ ਰਿਹਾ। ਤਾਂ ਇੱਕ ਕੰਮ ਹੈ ਜਿਹੜਾ ਉਹ ਫੁੱਟਬਾਲ ਨਾਲ ਹੋ ਰਿਹਾ ਨਾ, ਤਾਂ ਫੁੱਟਬਾਲ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਤਾਂ ਉਹ ਕੀ ਹੋ ਗਿਆ, ਕਰਮ ਆਪਣਾ ਫੁੱਟਬਾਲ ਹੋ ਗਿਆ, ਠੀਕ ਹੈ ਜੀ। ਸਮਝ ਆ ਗਿਆ ਕਰਤਾ ਅਤੇ ਕਰਮ ਕੀ ਹੁੰਦਾ।
ਈਜ਼ੀ ਆ ਸਾਰੇ ਟੌਪਿਕ ਜਿਹੜੇ ਵੀ ਆਪਾਂ ਕਰ ਰਹੇ ਹਾਂ, ਜੋ ਵੀ ਬਸ ਵਿੱਚ ਛੋਟੀਆਂ ਛੋਟੀਆਂ ਗੱਲਾਂ ਥੋੜ੍ਹਾ ਜਿਹਾ ਧਿਆਨ ਦੇਣ ਯੋਗ ਹੁੰਦੀਆਂ, ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲਿਆ ਕਰੋ। ਅੱਗੇ ਆਪਣੇ ਕੋਲ ਆ ਗਿਆ ਜੀ ਕਿਰਿਆ ਦੀਆਂ ਕਿਸਮਾਂ। ਹੁਣ ਕਿਰਿਆ ਦੀਆਂ ਜਿਹੜੀਆਂ ਕਿਸਮਾਂ ਇਹ ਅਲੱਗ-ਅਲੱਗ, ਜਿੱਥੇ ਵੀ ਤੁਸੀਂ ਨੈੱਟ ਤੋਂ ਦੇਖੋਗੇ ਉੱਥੇ ਤੁਹਾਨੂੰ ਹੋਰ ਤਰ੍ਹਾਂ ਦੇ ਮਿਲੇ, ਕਿਸੇ ਵੀ ਬੁੱਕ ਦੇ ਵਿੱਚ ਦੇਖੋਗੇ ਤਾਂ ਉਹਦੇ ਵਿੱਚ ਡਿਫਰੈਂਟ ਦਿੱਤੀਆਂ, ਪਰ ਮੈਂ ਜਿੰਨੀਆਂ ਵੀ ਮੈਨੂੰ ਮਿਲੀਆਂ ਮੈਂ ਸਾਰੀਆਂ ਹੀ ਕੰਬਾਈਨ ਕਰਕੇ ਸਾਰੀਆਂ ਹੀ ਆਪਾਂ ਡਿਸਕਸ ਕਰਾਂਗੇ, ਤਾਂ ਕਿ ਕੋਈ ਵੀ ਐਗਜ਼ਾਮ ਦੇ ਵਿੱਚ ਆਪਾਂ ਨੂੰ ਆ ਜਾਵੇ ਤਾਂ ਆਪਾਂ ਨੂੰ ਇਹ ਨਾ ਹੋਵੇ ਕਿ ਆਪਾਂ ਇਹ ਕੀਤੀ ਨਹੀਂ ਹੋਈ ਸੀ। ਕਿਉਂਕਿ ਮੇਨਲੀ ਜਿਹੜੀ ਕਿਰਿਆ ਮੰਨੀ ਜਾਂਦੀ ਹੈ, ਉਹ ਕਿਰਿਆ ਦੀਆਂ ਮੇਨਲੀ ਦੋ ਹੀ ਟਾਈਪਸ ਮੰਨੀਆਂ ਜਾਂਦੀਆਂ, ਸਕਰਮਕ ਕਿਰਿਆ ਅਤੇ ਆਕਰਮਕ ਕਿਰਿਆ, ਜਿਸ ਦੇ ਵਿੱਚ ਬਸ ਇਹ ਦੋ ਮੇਨ ਟਾਈਪਸ, ਜਿਹਦੇ ਵਿੱਚ ਤੁਸੀਂ ਕਿਤੇ ਦੇਖੋਗੇ ਤਾਂ ਕਿਰਿਆ ਦੇ ਜਦੋਂ ਤੁਹਾਨੂੰ ਭੇਦ ਪੁੱਛੇ ਜਾਂਦੇ ਆ ਤਾਂ ਉਸ ਦੇ ਵਿੱਚ ਜ਼ਿਆਦਾਤਰ ਸਿਰਫ ਇਹ ਦੋ ਹੀ ਮੁੱਖ ਭੇਦ ਮੰਨੇ ਗਏ ਆ, ਇੱਕ ਸਕਰਮਕ ਕਿਰਿਆ ਔਰ ਆਕਰਮਕ ਕਿਰਿਆ। ਠੀਕ ਹੈ ਜੀ, ਪਰ ਇਸ ਦੀਆਂ ਅੱਗੇ ਹੋਰ ਵੀ ਕਈ ਟਾਈਪਸ ਹਨ, ਉਹ ਆਪਾਂ ਸਾਰੀਆਂ ਇੱਕ ਇੱਕ ਕਰਕੇ ਦੇਖਦੇ ਹਾਂ। ਤਾਂ ਹੁਣ ਆਪਾਂ ਪਹਿਲਾਂ ਦੇਖ ਦਿੰਦੇ ਹਾਂ ਕਿ ਇਸ ਦੀ ਜਿਹੜੀਆਂ ਕਿਸਮਾਂ ਹੈ ਉਸ ਦੇ ਹਿਸਾਬ ਨਾਲ ਇਸ ਜਿਹੜੀ ਕਿਰਿਆ ਹੈ ਉਸਨੂੰ ਕਿੰਨੇ ਭਾਗਾਂ 'ਚ ਵੰਡਿਆ ਗਿਆ ਜਾਂ ਉਸਦੀ ਵੰਡ ਕਿਸ ਤਰ੍ਹਾਂ ਕੀਤੀ ਗਈ ਹੈ। ਤਾਂ ਕਿਰਿਆ ਦੀ ਵੰਡ 4 ਤਰ੍ਹਾਂ ਨਾਲ ਕੀਤੀ ਗਈ ਹੈ। 4 ਤਰ੍ਹਾਂ ਨਾਲ ਕਿਰਿਆ ਦੀ ਵੰਡ ਕੀਤੀ ਗਈ ਹੈ, ਜਿਸ ਦੇ ਵਿੱਚ ਪਹਿਲੀ ਪ੍ਰਕਾਰ ਦੀ ਵੰਡ ਦੇ ਵਿੱਚ ਆ ਜਾਂਦੀ ਹੈ ਆਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਕਰਮਕ ਕਿਰਿਆ ਅਤੇ ਸਕਰਮਕ ਕਿਰਿਆ ਜਿਹੜੇ ਆ ਉਹ ਪਹਿਲੀ ਵੰਡ ਦੇ ਵਿੱਚ ਆ ਜਾਂਦੇ, ਅਤੇ ਉਸ ਦੇ ਵਿੱਚ ਜਿਹੜਾ ਇੱਕ ਆ ਜਾਂਦਾ ਦੁਕਰਮਕ ਕਿਰਿਆ। 3 ਪਹਿਲੀ ਦੇ ਵਿੱਚ ਆ ਜਾਂਦੇ ਆ ਆਕਰਮਕ, ਸਕਰਮਕ ਅਤੇ ਦੁਕਰਮਕ। ਠੀਕ ਹੈ ਜੀ, ਅੱਗੇ ਦੂਜੀ ਪ੍ਰਕਾਰ ਦੀ ਜਿਹੜੀ ਵੰਡ ਆ ਉਸ ਦੇ ਵਿੱਚ ਆਪਣੇ ਕੋਲ ਆ ਜਾਂਦੇ ਆ ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਅਤੇ ਦੋਹਰੀ ਪ੍ਰੇਰਨਾਰਥਕ ਕਿਰਿਆ। ਠੀਕ ਹੈ ਜੀ, ਪਹਿਲੀ ਦੇ ਵਿੱਚ ਵੀ 3 ਆਉਂਦੇ ਆ, ਆਕਰਮਕ ਕਿਰਿਆ, ਸਕਰਮਕ ਕਿਰਿਆ ਅਤੇ ਦੁਕਰਮਕ ਕਿਰਿਆ। ਠੀਕ ਹੈ ਜੀ, ਔਰ ਜਿਹੜੀ ਦੂਸਰੇ ਪ੍ਰਕਾਰ ਦੀ ਵੰਡ ਹੈ ਉਸ ਦੇ ਵਿੱਚ ਵੀ ਆਪਣੇ ਕੋਲ 3 ਟਾਈਪਸ ਅੱਗੇ ਆ ਜਾਂਦੀਆਂ, ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਅਤੇ ਦੋਹਰੀ ਪ੍ਰੇਰਨਾਰਥਕ ਕਿਰਿਆ। ਅੱਗੇ ਜਿਹੜੀ ਆਪਣੇ ਕੋਲ ਤੀਸਰੀ ਟਾਈਪ ਆ ਜਾਂਦੀ ਹੈ, ਉਹ ਤੀਸਰੀ ਪ੍ਰਕਾਰ ਦੀ ਜਿਹੜੀ ਵੰਡ ਹੈ ਉਸ ਦੇ ਵਿੱਚ ਆਪਣੇ ਕੋਲ ਆ ਜਾਂਦੀ ਜੀ ਗਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ। ਫਿਰ ਚੌਥੇ ਪ੍ਰਕਾਰ ਦੀ ਜਿਹੜੀ ਵੰਡ ਆਪਣੇ ਕੋਲ ਆ ਉਸ ਦੇ ਵਿੱਚ ਆ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਠੀਕ ਹੈ ਜੀ, ਔਰ ਜਿਹੜੀ 5ਵੇਂ ਨੰਬਰ 'ਤੇ ਇੱਕ ਹੋਰ ਅਲੱਗ ਤਰ੍ਹਾਂ ਦੀ ਕਿਰਿਆ ਦੀ ਟਾਈਪ ਹੈ ਉਹ ਹੈ ਸਤਸੰਗੀ ਕਿਰਿਆ, ਸੰਗੀ ਕਿਰਿਆ। ਠੀਕ ਹੈ ਜੀ, ਤਾਂ ਅੱਗੇ ਆਪਾਂ ਹੁਣ ਇੱਕ ਇੱਕ ਕਰਕੇ ਇਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਪਹਿਲੀ ਪ੍ਰਕਾਰ ਦੀ ਵੰਡ ਦੀਆਂ ਜਿਹੜੀਆਂ ਟਾਈਪਸ ਹੈ। ਤਾਂ ਪਹਿਲੀ ਪ੍ਰਕਾਰ ਦੀ ਵੰਡ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਸੀ ਆਕਰਮਕ ਕਿਰਿਆ। ਆਕਰਮਕ ਕਿਰਿਆ, ਜਿਵੇਂ ਕਿ ਇਹਨਾਂ ਦੇ ਨਾਮ ਤੋਂ ਹੀ ਵੈਸੇ ਵੀ ਆਪਾਂ ਜਦੋਂ ਤੋਂ ਕਿਰਿਆ ਪੜ੍ਹਦੇ ਆ ਰਹੇ ਹਾਂ, ਛੋਟੀ ਕਲਾਸਿਸ ਦੇ ਵਿੱਚ ਵੀ ਆਪਾਂ ਕਰਦੇ ਤਾਂ ਉਸ ਦੇ ਵਿੱਚ ਜਿਹੜੇ ਮੁੱਖ 2 ਭੇਦ ਹੀ ਦੱਸੇ ਗਏ ਆ, ਅਤੇ ਇਹ ਤਾਂ ਮੈਨੂੰ ਲੱਗਦਾ ਕਿ ਸਭ ਨੂੰ ਪਤਾ ਹੀ ਹੋਣਗੇ। ਤਾਂ ਆਕਰਮਕ ਸ਼ਬਦ ਦਾ ਅਰਥ ਹੈ ਬਿਨਾਂ ਕਰਮ ਤੋਂ। ਆਕਰਮਕ ਸ਼ਬਦ ਦਾ ਅਰਥ ਕੀ ਹੈ? ਬਿਨਾਂ ਕਰਮ ਤੋਂ। ਤਾਂ ਵਾਕ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਆਕਰਮਕ ਕਿਰਿਆ ਕਿਹਾ ਜਾਂਦਾ ਹੈ। ਜਿਸ ਵਾਕ ਦੇ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਆਪਾਂ ਪਿੱਛੇ ਕਰਤਾ ਅਤੇ ਕਰਮ ਮੈਂ ਇਸੇ ਲਈ ਕਰਵਾਇਆ ਸੀ ਕਿਉਂਕਿ ਅੱਗੇ ਇਹਦੀਆਂ ਟਾਈਪਸ ਦੇ ਵਿੱਚ ਇਹ ਚੀਜ਼ਾਂ ਯੂਜ਼ ਹੁੰਦੀਆਂ। ਠੀਕ ਹੈ ਜੀ, ਤਾਂ ਵਾਕ ਦੇ ਵਿੱਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਕਰਮ ਕੀ ਸੀਗਾ ਕਿ ਜਿਸ ਦੇ ਉੱਪਰ ਕੰਮ ਹੋ ਰਿਹਾ ਹੁੰਦਾ, ਤਾਂ ਜਿਸ ਦੇ ਵਿੱਚ ਉਹ ਨਾ ਹੋਵੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਆਕਰਮਕ ਕਿਰਿਆ। ਠੀਕ ਹੈ ਜੀ, ਇਸ ਵਿੱਚ ਕਿਰਿਆ ਦਾ ਪ੍ਰਭਾਵ ਕੇਵਲ ਕਰਤਾ ਤੱਕ ਹੀ ਹੁੰਦਾ ਹੈ। ਤਾਂ ਇਸ ਜਿਹੜੀ ਆਕਰਮਕ ਕਿਰਿਆ ਇਸ ਦੇ ਵਿੱਚ ਕੀ ਹੁੰਦਾ ਕਿ ਫਿਰ ਜਿਹੜਾ ਕਿਰਿਆ ਦਾ ਪ੍ਰਭਾਵ ਹੈ ਉਹ ਸਿਰਫ ਕਰਤਾ ਤੱਕ ਹੀ ਹੁੰਦਾ, ਕਿਉਂਕਿ ਇਸ ਦੇ ਵਿੱਚ ਕਰਮ ਤਾਂ ਹੁੰਦਾ ਹੀ ਨਹੀਂ, ਤਾਂ ਫਿਰ ਕਰਤਾ ਤੱਕ ਹੀ ਉਹ ਜਿਹੜੀ ਕਿਰਿਆ ਹੈ ਉਹ ਕੰਮ ਕਰਦੀ ਹੈ। ਜਿਵੇਂ ਐਗਜ਼ਾਮਪਲ ਹੈ ਬੱਚਾ ਹੱਸਦਾ ਹੈ, ਤਾਂ ਬੱਚਾ ਕੀ ਹੋ ਗਿਆ? ਇਸ ਦੇ ਵਿੱਚ ਕਰਤਾ ਹੋ ਗਿਆ। ਠੀਕ ਹੈ ਜੀ, ਪਰ ਇਸ ਦੇ ਵਿੱਚ ਕਰਮ ਤਾਂ ਨਹੀਂ ਹੈ। ਕਰਤਾ ਤੋਂ ਬਾਅਦ ਹੱਸਦਾ ਤਾਂ ਕੀ ਹੋ ਗਿਆ ਆਪਣੇ ਕੋਲੇ? ਕਿਰਿਆ ਹੋ ਗਈ। ਠੀਕ ਹੈ, ਮੀਂਹ ਵਰਦਾ ਹੈ, ਤਾਂ ਇਸ ਦੇ ਵਿੱਚ ਮੀਂਹ ਕੀ ਹੈ? ਕਰਤਾ। ਠੀਕ ਹੈ, ਤਾਂ ਵਰਦਾ ਕੀ ਹੈ? ਕਿਰਿਆ। ਅਤੇ ਇਸ ਤਰ੍ਹਾਂ ਕਰਕੇ ਇਸ ਦੇ ਵਿੱਚ ਕਰਮ ਨਹੀਂ ਹੈ, ਇਸ ਕਰਕੇ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਆਕਰਮਕ ਕਿਰਿਆ। ਅੱਗੇ ਲਿਖਿਆ ਜੀ ਆਪਣੇ ਕੋਲੇ ਆਕਰਮਕ ਕਿਰਿਆ ਦੀ ਪਛਾਣ ਇਹ ਹੈ ਕਿ ਇਸ ਦੀ ਕਿਰਿਆ ਤੋਂ ਪਹਿਲਾਂ ਕੀ ਲਾ ਕੇ ਪ੍ਰਸ਼ਨ ਕਰਨ 'ਤੇ ਕੋਈ ਉੱਤਰ ਨਹੀਂ ਮਿਲਦਾ।
ਇੱਕ ਇਸ ਦੀ ਪਹਿਚਾਣ ਇਸ ਕਿਰਿਆ ਦੀ ਇਹ ਵੀ ਆ ਕਿ ਇਸ ਦੇ ਵਿੱਚ ਜੇ ਆਪਾਂ ਕਿਰਿਆ ਤੋਂ ਪਹਿਲਾਂ, ਕਿਰਿਆ ਹੁਣ ਆਪਣੇ ਕੋਲੇ ਹੋ ਗਈ ਹੱਸਦਾ ਔਰ ਵਰਦਾ, ਠੀਕ ਹੈ। ਜੇ ਇਸ ਤੋਂ ਪਹਿਲਾਂ ਆਪਾਂ ਕੀ ਸ਼ਬਦ ਲਾ ਕੇ ਪ੍ਰਸ਼ਨ ਕਰਾਂਗੇ ਤਾਂ ਉਸਦੇ ਨਾਲ ਆਪਾਂ ਨੂੰ ਕੋਈ ਉੱਤਰ ਹੈ ਜਿਹੜਾ ਉਹ ਨਹੀਂ ਮਿਲਦਾ। ਇਸ ਵੀ ਆਪਾਂ ਅੱਗੇ ਐਗਜ਼ਾਮਪਲ ਦੇ ਨਾਲ ਦੇਖ ਲੈਂਦੇ ਹਾਂ। ਜਿਵੇਂ ਆਪਾਂ ਪਿੱਛੇ ਕੀਤਾ ਸੀ, ਬੱਚਾ ਹੱਸਦਾ ਹੈ, ਤਾਂ ਹੱਸਦਾ ਕੀ ਸੀ ਆਪਣੇ ਕੋਲੇ, ਕਿਰਿਆ, ਠੀਕ ਹੈ ਜੀ। ਅਤੇ ਕਿਰਿਆ ਤੋਂ ਪਹਿਲਾਂ ਆਪਾਂ ਕਿਹੜਾ ਸ਼ਬਦ ਲਾਉਣਾ ਹੈ, ਕੀ ਲਾਉਣਾ ਹੈ। ਤਾਂ ਜੇ ਆਪਾਂ ਲਾਵਾਂਗੇ ਕੀ, ਬੱਚਾ ਕੀ ਹੱਸਦਾ ਹੈ, ਤਾਂ ਇਸ ਦਾ ਕੋਈ ਜਿਹੜਾ ਹੈ ਉਹ ਆਨਸਰ ਨਹੀਂ ਮਿਲੂਗਾ, ਠੀਕ ਹੈ ਜੀ। ਇਸੇ ਤਰ੍ਹਾਂ ਮੀਂਹ ਕੀ ਵਰਦਾ ਹੈ, ਤਾਂ ਇਹ ਵੀ ਹੈ ਕਿ ਇਸ ਦਾ ਵੀ ਕੋਈ ਆਪਣੇ ਕੋਲੇ ਆਨਸਰ ਨਹੀਂ ਆਉਂਦਾ। ਤਾਂ ਇਸ ਕਰਕੇ ਜਿਹੜੀ ਆਕਰਮਕ ਕਿਰਿਆ ਹੈ ਉਸ ਦੇ ਵਿੱਚ ਆਪਾਂ ਕੀ ਸ਼ਬਦ ਲਗਾ ਕੇ, ਜੇ ਕੁਸ਼ਚਨ ਕਿਰਿਆ ਤੋਂ ਪਹਿਲਾਂ ਕੀ ਸ਼ਬਦ ਲਗਾ ਕੇ ਜੇ ਪ੍ਰਸ਼ਨ ਕਰਦੇ ਹਾਂ ਤਾਂ ਉਸ ਦੇ ਨਾਲ ਆਪਾਂ ਨੂੰ ਕੋਈ ਉੱਤਰ ਹੈ ਜਿਹੜਾ ਉਹ ਨਹੀਂ ਮਿਲਦਾ। ਇਹ ਵੀ ਇਸ ਦੀ ਇੱਕ ਪਹਿਚਾਣ ਹੈ, ਠੀਕ ਹੈ ਜੀ। ਅੱਗੇ ਆਪਣੇ ਕੋਲੇ ਆ ਗਿਆ ਆਕਰਮਕ ਕਿਰਿਆ ਦੇ ਵੀ ਦੋ ਭੇਦ ਹਨ। ਅੱਗੇ ਵੀ ਦੋ ਪਾਰਟਸ ਦੇ ਵਿੱਚ ਜਾਂ ਦੋ ਟਾਈਪਸ ਅੱਗੇ ਵੀ ਇਹਦੀਆਂ ਵੀ ਹੈ। ਤਾਂ ਉਸ ਦੇ ਵਿੱਚ ਪਹਿਲੀ ਆਪਣੇ ਕੋਲ ਆ ਜਾਂਦੀ ਆ ਪੂਰਨ ਆਕਰਮਕ, ਠੀਕ ਹੈ। ਪੂਰਨ ਆਕਰਮਕ ਦੇ ਵਿੱਚ ਕੀ ਹੈ ਕਿ ਜਿਹੜੀ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਵਾਕ ਦੇ ਭਾਵ ਨੂੰ ਪੂਰਾ ਕਰਨ ਦੇਵੇ। ਜਿਹੜੀ ਕਿਰਿਆ ਆਪਣੇ ਕਰਤਾ ਨਾਲ, ਕਿਉਂਕਿ ਇਸ ਦੇ ਵਿੱਚ ਕਰਮ ਨਹੀਂ ਹੁੰਦਾ ਤਾਂ ਸਿਰਫ ਕਰਤਾ ਹੀ ਹੈ, ਤਾਂ ਜਿਹੜੀ ਕਿਰਿਆ ਕੀ ਕਰਦੀ ਹੈ ਕਿ ਆਪਣੇ ਕਰਤੇ ਦੇ ਨਾਲ ਮਿਲ ਕੇ ਵਾਕ ਦੇ ਭਾਵ ਨੂੰ ਪੂਰਾ ਕਰਦੀ ਹੈ, ਉਸ ਨੂੰ ਆਪਾਂ ਬੋਲਦੇ ਹਾਂ ਪੂਰਨ ਕਰਮਕ ਕਿਰਿਆ। ਜਿਵੇਂ ਕ੍ਰਿਸ਼ਨਾ ਗਾਉਂਦੀ ਹੈ, ਠੀਕ ਹੈ ਜੀ। ਤਾਂ ਕ੍ਰਿਸ਼ਨਾ ਕਰਤਾ ਹੋ ਗਈ, ਗਾਉਂਦਾ ਕੀ ਹੋ ਗਿਆ, ਕਿਰਿਆ ਅਤੇ ਵਾਕ ਨੂੰ ਪੂਰਾ ਕਰ ਰਹੀ ਹੈ, ਤਾਂ ਇਹ ਕੀ ਆਪਣੇ ਕੋਲੇ ਪੂਰਨ ਆਕਰਮਕ, ਠੀਕ ਹੈ ਜੀ। ਅੱਗੇ ਸੈਕਿੰਡ ਨੰਬਰ 'ਤੇ ਇਸ ਦੀ ਦੂਸਰੀ ਟਾਈਪ ਹੈ ਜਿਹੜੀ ਉਹ ਆਪਣੇ ਕੋਲ ਆ ਜਾਂਦੀ ਆ ਅਪੂਰਨ ਆਕਰਮਕ, ਅਪੂਰਨ ਕਰਮਕ। ਅਤੇ ਇਸ ਦੇ ਵਿੱਚ ਕੀ ਹੈ ਕਿ ਜਿਹੜੀ ਕਿਰਿਆ ਵਾਕ ਦੇ ਭਾਵ ਨੂੰ ਪੂਰਾ ਨਾ ਕਰੇ ਉਹ ਕੀ ਹੁੰਦੀ ਆ, ਅਪੂਰਨ ਆਕਰਮਕ ਕਿਰਿਆ ਹੁੰਦੀ ਹੈ। ਜਿਵੇਂ ਰਾਮ ਡੈਸ਼ ਹੋ ਗਿਆ, ਤਾਂ ਇਹ ਜਿਹੜਾ ਵਾਕ ਆਪਣਾ, ਇਸ ਦਾ ਭਾਵ ਹੈ ਜਿਹੜਾ ਉਹ ਪੂਰਾ ਨਹੀਂ ਹੋ ਰਿਹਾ, ਇਸ ਕਰਕੇ ਇਹ ਕੀ ਹੈ, ਅਪੂਰਨ ਆਕਰਮਕ ਕਿਰਿਆ, ਠੀਕ ਹੈ ਜੀ। ਚਲੋ ਜੀ, ਇਹ ਹੋ ਗਈਆਂ ਆਕਰਮਕ ਕਿਰਿਆ ਦੀਆਂ ਅੱਗੇ ਦੋ ਟਾਈਪਸ। ਹੁਣ ਆਪਾਂ ਅੱਗੇ ਚੱਲਦੇ ਹਾਂ। ਅੱਗੇ ਇਸ ਦੀ ਜਿਹੜੀ ਆਪਣੇ ਕੋਲੇ ਸੈਕਿੰਡ ਟਾਈਪ ਆ ਗਈ ਸਕਰਮਕ ਕਿਰਿਆ। ਸਕਰਮਕ ਕਿਰਿਆ ਪਹਿਲੀ ਜਿਹੜੀ ਆਪਾਂ ਪਹਿਲੀ ਵੰਡ ਕੀਤੀ ਆ ਉਸ ਦੇ ਵਿੱਚ ਆਪਣੀ ਦੂਸਰੀ ਟਾਈਪ ਕੀ ਆ, ਸਕਰਮਕ ਕਿਰਿਆ। ਤਾਂ ਵਾਕ ਵਿੱਚ ਜਿਸ ਕਿਰਿਆ ਦਾ ਕਰਮ ਹੋਵੇ, ਠੀਕ ਹੈ ਜੀ। ਪਹਿਲੀ ਸੀਗੀ ਜਿਸ ਦੇ ਵਿੱਚ ਕਰਮ ਨਹੀਂ ਹੈ, ਤਾਂ ਹੁਣ ਇਸ ਦੇ ਵਿੱਚ ਕੀ ਆ, ਵਾਕ ਵਿੱਚ ਜਿਸ ਕਿਰਿਆ ਦਾ ਕਰਮ ਹੋਵੇ, ਭਾਵ ਜਿਸ ਕਿਰਿਆ ਦਾ ਪ੍ਰਭਾਵ ਕਰਤਾ ਤੋਂ ਅੱਗੇ ਕਰਮ ਤੱਕ ਪਹੁੰਚੇ, ਸਕਰਮਕ ਕਿਰਿਆ ਅਖਵਾਉਂਦੀ ਹੈ, ਠੀਕ ਹੈ ਜੀ। ਇਸ ਕਿਰਿਆ ਵਿੱਚ ਕਰਤਾ ਅਤੇ ਕਰਮ ਦੋਵੇਂ ਮੌਜੂਦ ਹੁੰਦੇ ਹਨ। ਤਾਂ ਇਸ ਦੇ ਵਿੱਚ ਕੀ ਹੁੰਦਾ, ਸਕਰਮਕ ਕਿਰਿਆ ਦੇ ਵਿੱਚ ਕਰਤਾ ਵੀ ਹੁੰਦਾ ਔਰ ਕਰਮ ਵੀ ਹੁੰਦਾ, ਦੋਨੋਂ ਚੀਜ਼ਾਂ ਹੀ ਹੁੰਦੀਆਂ। ਜਿਵੇਂ ਬੱਚੇ ਫੁੱਟਬਾਲ ਖੇਡਦੇ ਹਨ, ਤਾਂ ਇਸ ਦੇ ਵਿੱਚ ਬੱਚੇ ਕੀ ਹੋ ਗਿਆ ਆਪਣੇ ਕੋਲੇ, ਕਰਤਾ ਹੋ ਗਿਆ ਜੀ, ਠੀਕ ਹੈ, ਕਰਤਾ। ਔਰ ਜਿਹੜਾ ਫੁੱਟਬਾਲ ਹੈ ਉਹ ਕੀ ਹੋ ਗਿਆ ਆਪਣੇ ਕੋਲੇ, ਕਰਮ, ਠੀਕ ਹੈ। ਫੁੱਟਬਾਲ ਕੀ ਹੋ ਗਿਆ, ਕਰਮ ਹੋ ਗਿਆ, ਔਰ ਕਰਤਾ ਕੀ ਹੋ ਗਿਆ, ਬੱਚੇ। ਉਸੇ ਤਰ੍ਹਾਂ ਅਧਿਆਪਕ ਕੀ ਹੋ ਗਿਆ ਆਪਣੇ ਕੋਲੇ, ਕਰਤਾ, ਔਰ ਕਰਮ ਕੀ ਹੋ ਗਿਆ, ਅਖਬਾਰ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਹੁੰਦਾ, ਕਰਤਾ ਵੀ ਹੁੰਦਾ ਆਪਣੇ ਕੋਲੇ ਔਰ ਕਰਮ ਵੀ, ਦੋਨੋਂ ਚੀਜ਼ਾਂ ਹੀ ਹੁੰਦੀਆਂ। ਤਾਂ ਸਕਰਮਕ ਕਿਰਿਆ ਦੇ ਅੱਗੇ ਕੀ ਲਾ ਕੇ ਪ੍ਰਸ਼ਨ ਕਰਨ ਨਾਲ ਉੱਤਰ ਮਿਲ ਜਾਂਦਾ ਹੈ। ਤਾਂ ਇਸ ਦੇ ਵਿੱਚ ਕੀ ਹੈ, ਜਿਵੇਂ ਆਪਾਂ ਪਹਿਲੀ ਆਕਰਮਕ ਦੇ ਵਿੱਚ ਪੜ੍ਹਿਆ ਸੀ ਕਿ ਉਸ ਦੇ ਵਿੱਚ ਜੇ ਆਪਾਂ ਕੀ ਸ਼ਬਦ ਲਾਉਂਦੇ ਹਾਂ ਤਾਂ ਉਸ ਦੇ ਨਾਲ ਆਪਾਂ ਨੂੰ ਉੱਤਰ ਹੈ ਜਿਹੜਾ ਉਹ ਨਹੀਂ ਮਿਲਦਾ। ਪਰ ਇਸ ਦੇ ਵਿੱਚ ਜੇ ਆਪਾਂ ਕੀ ਲਾਉਂਦੇ ਹਾਂ, ਕੀ ਸ਼ਬਦ ਲਾ ਕੇ ਪ੍ਰਸ਼ਨ ਕਰਦੇ ਹਾਂ, ਤਾਂ ਆਪਾਂ ਨੂੰ ਜਿਹੜਾ ਉੱਤਰ ਹੈ ਉਹ ਮਿਲ ਜਾਂਦਾ ਹੈ। ਜਿਵੇਂ ਬੱਚੇ ਕੀ ਖੇਡਦੇ ਹਨ, ਹੁਣ ਖੇਡਦੇ ਕੀ ਆਪਣੇ ਕੋਲੇ ਕਿਰਿਆ ਹੈ ਨਾ ਜੀ, ਅਤੇ ਇਸ ਤੋਂ ਪਹਿਲਾਂ ਹੀ ਆਪਾਂ ਲਾਉਣਾ ਨਾ ਕੀ, ਇਹ ਆਪਣੇ ਕੋਲ ਹੈ ਕਿਰਿਆ, ਠੀਕ ਹੈ। ਅਤੇ ਇਸ ਤੋਂ ਪਹਿਲਾਂ ਹੀ ਆਪਾਂ ਕੀ ਸ਼ਬਦ ਲਾਉਣਾ, ਤਾਂ ਬੱਚੇ ਕੀ ਖੇਡਦੇ ਹਨ, ਤਾਂ ਆਪਾਂ ਨੂੰ ਆਨਸਰ ਕੀ ਮਿਲੂਗਾ, ਫੁੱਟਬਾਲ। ਤਾਂ ਇਸ ਦੇ ਵਿੱਚ ਇਸ ਕਰਕੇ ਜਿਹੜੀ ਆ ਇਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਅੱਗੇ ਚੱਲਦੇ ਹਾਂ। ਇਸ ਦੇ ਵਿੱਚ ਆਪਣੀ ਤੀਸਰੀ ਟਾਈਪ ਆ ਜਾਂਦੀ ਆ ਜੀ ਦੁਕਰਮਕ ਕਿਰਿਆ। ਦੁਕਰਮਕ ਕਿਰਿਆ ਇਸ ਦੇ ਵਿੱਚ ਕੀ ਹੈ ਕਿ ਜਦੋਂ ਕਿਸੇ ਵਾਕ ਦੀ ਕਿਰਿਆ ਦੇ
ਇੱਕ ਤੋਂ ਵੱਧ ਕਰਮ ਹੋਣ ਤਾਂ ਉਸਨੂੰ ਦੁਕਰਮਕ ਕਿਰਿਆ ਕਿਹਾ ਜਾਂਦਾ ਹੈ। ਜਦੋਂ ਇੱਕ ਤੋਂ ਵੱਧ ਕਰਮ ਹੋ ਜਾਂਦੇ ਆ ਕਿਸੇ ਕਿਰਿਆ ਦੇ ਇੱਕ ਵਾਕ ਦੇ ਵਿੱਚ ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਦੁਕਰਮਕ, ਮਤਲਬ ਦੋ ਕਰਮਾਂ ਵਾਲੀ, ਜਿਸ ਦੇ ਵਿੱਚ ਦੋ ਕਰਮ ਹੋਣਗੇ। ਠੀਕ ਹੈ ਜੀ। ਜਿਵੇਂ ਮਾਂ ਪੁੱਤਰ ਨੂੰ ਭੋਜਨ ਛਕਾਉਂਦੀ ਹੈ, ਉਸਨੇ ਪਿਤਾ ਜੀ ਨੂੰ ਚਿੱਠੀ ਲਿਖੀ। ਤਾਂ ਮਾਂ ਕੀ ਹੋ ਗਿਆ ਆਪਣੇ ਕੋਲੇ ਇੱਥੇ, ਕਰਤਾ ਹੋ ਗਿਆ, ਔਰ ਜਿਹੜਾ ਪੁੱਤਰ ਤੇ ਭੋਜਨ ਇਹ ਆਪਣੇ ਕੋਲੇ ਕੀ ਹੋ ਗਏ, ਕਰਮ ਹੋ ਗਏ। ਤਾਂ ਇਸ ਦੇ ਵਿੱਚ ਕੀ ਆਪਣੇ ਕੋਲੇ ਦੋ ਕਰਮ ਆਏ। ਠੀਕ ਹੈ ਜੀ, ਇੱਕ ਤੋਂ ਵੱਧ ਕਰਮ ਹੋ ਗਏ, ਇਸ ਕਰਕੇ ਇਹ ਕੀ ਆ, ਦੁਕਰਮਕ ਕਿਰਿਆ। ਉਸੇ ਤਰ੍ਹਾਂ ਉਸ ਜਿਹੜਾ ਹੋ ਗਿਆ ਉਹ ਆਪਣੇ ਕੋਲੇ ਕਰਤਾ ਹੋ ਗਿਆ, ਔਰ ਪਿਤਾ ਜੀ ਔਰ ਚਿੱਠੀ ਆਪਣੇ ਕੋਲੇ ਕੀ ਹੋ ਗਏ, ਕਰਮ ਹੋ ਗਏ। ਤਾਂ ਇਹੀ ਜਿਹੜਾ ਥੱਲੇ ਐਕਸਪਲੇਨੇਸ਼ਨ ਦਿੱਤੀ ਗਈ ਹੈ ਉਸਦੇ ਵਿੱਚ ਵੀ ਇਹੀ ਦਿੱਤਾ ਗਿਆ ਕਿ ਉੱਪਰ ਦਿੱਤੇ ਗਏ ਪਹਿਲੇ ਵਾਕ ਵਿੱਚ ਪੁੱਤਰ ਅਤੇ ਭੋਜਨ ਦੋ ਕਰਮ ਹਨ। ਉਸੇ ਤਰ੍ਹਾਂ ਦੂਜੇ ਵਾਕ ਵਿੱਚ ਪਿਤਾ ਜੀ ਅਤੇ ਚਿੱਠੀ ਦੋ ਕਰਮ ਹਨ। ਠੀਕ ਹੈ ਜੀ, ਇਹ ਸੀ ਦੁਕਰਮਕ ਕਿਰਿਆ। ਹੁਣ ਆਪਾਂ ਚੱਲਦੇ ਹਾਂ ਜੀ ਨੈਕਸਟ ਦੂਜੀ ਵੰਡ ਵੱਲ। ਅਤੇ ਦੂਜੀ ਵੰਡ ਦੇ ਵਿੱਚ ਆਪਣੇ ਕੋਲੇ ਪਹਿਲੀ ਜਿਹੜੀ ਟਾਈਪ ਸੀ ਉਹ ਸੀ ਸਧਾਰਨ ਕਿਰਿਆ। ਤਾਂ ਸਧਾਰਨ ਕਿਰਿਆ ਕੀ ਹੈ, ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ। ਮਤਲਬ ਕਿਰਿਆ ਨੂੰ ਕਰਨ ਵਾਲਾ, ਕਿਰਿਆ ਕੀ ਹੈ, ਇੱਕ ਤਰ੍ਹਾਂ ਦੀ ਕੰਮ ਹੀ ਹੈ, ਇਸ ਕਰਕੇ ਮੈਂ ਬ੍ਰੈਕਟ ਦੇ ਵਿੱਚ ਸਮਝਣ ਦੇ ਲਈ ਕੰਮ ਵੀ ਲਿਖ ਦਿੱਤਾ, ਤਾਂ ਕਿ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਕਰਨ ਵਾਲਾ ਕਰਤਾ ਆਪ ਹੈ, ਉਸ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਮੰਨ ਲਓ ਮੈਂ ਕੋਈ ਕੰਮ ਆਪਦਾ ਆਪ ਹੀ ਕਰ ਰਹੀ ਹਾਂ ਤਾਂ ਮੈਂ ਇਹ ਕੀ ਹੋ ਗਿਆ, ਸਧਾਰਨ ਕਿਰਿਆ ਹੋ ਗਈ। ਜਿਵੇਂ ਜੱਗਾ ਕਿਤਾਬ ਪੜ੍ਹ ਰਿਹਾ ਹੈ, ਤਾਂ ਹੁਣ ਇਸ ਦੇ ਵਿੱਚ ਕੌਣ ਹੈ, ਕਰਤਾ ਕੀ ਹੈ, ਜੱਗਾ ਹੈ। ਠੀਕ ਹੈ, ਤਾਂ ਉਹ ਕੀ ਕਰ ਰਿਹਾ, ਕਿਰਿਆ ਨੂੰ, ਮਤਲਬ ਕਿਤਾਬ ਕੌਣ ਪੜ੍ਹ ਰਿਹਾ, ਜੱਗਾ ਹੀ ਪੜ੍ਹ ਰਿਹਾ। ਅਤੇ ਇਸ ਕਰਕੇ ਕੀ ਹੋ ਗਿਆ, ਇਹ ਸਧਾਰਨ ਕਿਰਿਆ, ਕਿਉਂਕਿ ਇਸ ਦੇ ਵਿੱਚ ਕਰਤਾ ਜਿਹੜਾ ਹੈ ਉਹ ਆਪ ਹੀ ਕਿਰਿਆ ਨੂੰ ਕਰ ਰਿਹਾ, ਜਾਣੀ ਕਿ ਆਪ ਹੀ ਕੰਮ ਨੂੰ ਕਰ ਰਿਹਾ ਹੈ। ਠੀਕ ਹੈ ਜੀ, ਤਾਂ ਇਹ ਆਪਣੇ ਕੋਲੇ ਕਿਹੜੀ ਕਿਰਿਆ ਹੈ, ਸਧਾਰਨ ਕਿਰਿਆ। ਅੱਗੇ ਦੂਸਰੇ ਨੰਬਰ 'ਤੇ ਆਪਣੇ ਕੋਲ ਆ ਜਾਂਦੀ ਹੈ ਪ੍ਰੇਰਨਾਰਥਕ ਕਿਰਿਆ। ਤਾਂ ਕੀ ਹੈ, ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ, ਨੂੰ ਪ੍ਰੇਰਨਾਰਥਕ ਕਿਰਿਆ ਕਿਹਾ ਜਾਂਦਾ ਹੈ। ਪ੍ਰੇਰਨਾਰਥਕ ਕਿਰਿਆ ਦੇ ਵਿੱਚ ਕੀ ਹੈ ਕਿ ਜਿਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੀ ਕਿਰਿਆ ਨੂੰ ਕਰਨ ਵਾਲਾ ਬੰਦਾ ਉਹ ਆਪ ਨਹੀਂ ਹੈ, ਮਤਲਬ ਉਹ ਕਰਤਾ ਜਿਹੜਾ ਉਹ ਆਪ ਨਹੀਂ ਹੈ, ਸਗੋਂ ਕਿਸੇ ਹੋਰ ਤੋਂ ਉਹ ਕੰਮ ਕਰਵਾ ਰਿਹਾ। ਤਾਂ ਇਸ ਦੀ ਆਪਾਂ ਅੱਗੇ ਐਗਜ਼ਾਮਪਲ ਦੇਖ ਲੈਂਦੇ ਹਾਂ। ਪ੍ਰੇਰਨਾਰਥਕ ਕਿਰਿਆ ਦੀ ਉਦਾਹਰਨ ਹੇਠ ਲਿਖੇ ਵਾਕ ਤੋਂ ਹੈ। ਜਿਵੇਂ ਅਧਿਆਪਕ ਜੀ ਬੱਚਿਆਂ ਤੋਂ ਬੂਟਿਆਂ ਨੂੰ ਪਾਣੀ ਦਵਾ ਰਹੇ ਹਨ। ਤਾਂ ਹੁਣ ਜਿਹੜਾ ਅਧਿਆਪਕ ਹੈ ਉਹ ਕੀ ਬੱਚਿਆਂ ਤੋਂ ਕੰਮ ਕਰਵਾ ਰਿਹਾ। ਠੀਕ ਹੈ, ਬੱਚਿਆਂ ਤੋਂ ਕੰਮ ਕਰਵਾ ਰਿਹਾ, ਅਤੇ ਇਸ ਕਰਕੇ ਇਹ ਕੀ ਹੈ, ਪ੍ਰੇਰਨਾਰਥਕ ਕਿਰਿਆ ਹੈ। ਠੀਕ ਹੈ ਜੀ, ਕਿਉਂਕਿ ਇਸ ਦੇ ਵਿੱਚ ਅਧਿਆਪਕ ਖੁਦ ਕੰਮ ਜੇ ਕਰ ਰਹੇ ਹੁੰਦੇ ਤਾਂ ਉਹ ਕਿਹੜੀ ਹੋ ਜਾਣੀ ਸੀ, ਸਧਾਰਨ ਕਿਰਿਆ, ਪਰ ਉਹ ਕਿਸ ਤੋਂ ਕੰਮ ਕਰਵਾ ਰਿਹਾ, ਬੱਚਿਆਂ ਤੋਂ, ਅਤੇ ਇਸ ਕਰਕੇ ਕੀ ਹੋ ਗਿਆ, ਇਹ ਪ੍ਰੇਰਨਾਰਥਕ ਕਿਰਿਆ। ਅੱਗੇ ਥਰਡ ਨੰਬਰ 'ਤੇ ਸੈੱਟ ਦੇ ਵਿੱਚ ਆਪਣੇ ਕੋਲ ਆ ਜਾਂਦਾ ਹੈ ਦੋਹਰੀ ਪ੍ਰੇਰਨਾਰਥਕ ਕਿਰਿਆ। ਤਾਂ ਦੋਹਰੀ ਪ੍ਰੇਰਨਾਰਥਕ ਕਿਰਿਆ ਕੀ ਹੈ ਕਿ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਨੂੰ ਕਹੇ, ਤਾਂ ਉਹ ਕੀ ਹੁੰਦੀ ਹੈ, ਦੋਹਰੀ ਪ੍ਰੇਰਨਾਰਥਕ ਕਿਰਿਆ ਅਖਵਾਉਂਦੀ ਹੈ। ਮਤਲਬ ਕਰਤਾ ਕਿਸੇ ਦੂਸਰੇ ਬੰਦੇ ਨੂੰ ਕਵੇ ਕਿ ਇਹ ਕੰਮ ਤੂੰ ਕਿਸੇ ਹੋਰ ਤੋਂ ਕਰਵਾ, ਜਾਣੀ ਕਿ ਕੰਮ ਕਰਤਾ ਜਿਹੜਾ ਉਹ ਕਿਸੇ ਦੂਸਰੇ ਬੰਦੇ ਨੂੰ ਪ੍ਰੇਰਨਾ ਦੇ ਕੇ ਕਿਸੇ ਤੀਸਰੇ ਬੰਦੇ ਕੋਲੋਂ ਕੰਮ ਕਰਵਾਉਣ ਨੂੰ ਕਹਿੰਦਾ ਹੈ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਦੋਹਰੀ ਪ੍ਰੇਰਨਾਰਥਕ ਕਿਰਿਆ। ਜਿਵੇਂ ਰਾਮ ਨੇ ਆਪਣੇ ਭਰਾ ਨੂੰ ਸ਼ਾਮ ਕੋਲੋਂ ਪੱਤਰ ਲਿਖਵਾਉਣ ਲਈ ਕਿਹਾ। ਤਾਂ ਰਾਮ ਨੇ ਪਹਿਲਾਂ ਆਪਣੇ ਭਰਾ ਨੂੰ ਪ੍ਰੇਰਨਾ ਦੇ ਕੇ ਸ਼ਾਮ ਕੋਲ ਭੇਜਿਆ ਕਿ ਉਸ ਤੋਂ ਪੱਤਰ ਲਿਖਵਾ। ਤਾਂ ਇਸ ਦੇ ਵਿੱਚ ਕੀ ਹੋ ਗਿਆ, ਪਹਿਲਾਂ ਉਸਨੇ ਆਪਣੇ ਭਰਾ ਨੂੰ ਪ੍ਰੇਰਨਾ ਦਿੱਤੀ ਔਰ ਫਿਰ ਕਿਸ ਕੋਲੇ ਭੇਜਿਆ, ਸ਼ਾਮ ਕੋਲੇ, ਅਤੇ ਇਸ ਕਰਕੇ ਇਹ ਕੀ ਹੋ ਗਈ, ਦੋਹਰੀ ਪ੍ਰੇਰਨਾਰਥਕ ਕਿਰਿਆ। ਠੀਕ ਹੈ ਜੀ, ਸਮਝ ਆ ਗਈ ਸਭ ਨੂੰ। ਚਲੋ ਜੀ ਅੱਗੇ ਹੁਣ ਆ ਗਈ ਤੀਜੀ ਪ੍ਰਕਾਰ ਦੀ ਵੰਡ। ਤੀਜੀ
ਪ੍ਰਕਾਰ ਦੀ ਵੰਡ ਦੇ ਵਿੱਚ ਪਹਿਲੀ ਟਾਈਪ ਆਪਣੇ ਕੋਲੇ ਹੈ ਕੈਰੀ ਕਿਰਿਆ। ਕੈਰੀ ਕਿਰਿਆ ਕਿਹੜੀ ਹੁੰਦੀ ਹੈ? ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਕੈਰੀ ਕਿਰਿਆ ਕਿਹਾ ਜਾਂਦਾ ਹੈ ਜਾਂ ਕਹਿੰਦੇ ਹਨ। ਜਿਸ ਦੇ ਵਿੱਚ ਜਦੋਂ ਵਾਕ ਦੇ ਵਿੱਚ ਆਪਾਂ ਕਿਰਿਆ ਕਰਦੇ ਲਿਖਦੇ ਹਾਂ ਜਾਂ ਬੋਲਦੇ ਹਾਂ ਤਾਂ ਉਸ ਦੇ ਵਿੱਚ ਉਹ ਕਿਰਿਆ ਜਿਹੜੀ ਉਹ ਇੱਕ ਸ਼ਬਦ ਦੀ ਹੋਵੇ। ਜਿਵੇਂ ਪਹਿਲਾ ਸੈਂਟੈਂਸ ਆਪਣੇ ਕੋਲੇ ਤੂੰ ਕਿਤਾਬ ਪੜ੍ਹ। ਸੈਕਿੰਡ ਆਪਣੇ ਕੋਲੇ ਰਮਨ ਸੇਬ ਖਾ। ਤਾਂ ਇਸ ਦੇ ਵਿੱਚ ਜਿਹੜਾ ਪੜ੍ਹ ਅਤੇ ਖਾ ਇਹ ਹੈ ਕਿ ਆਪਣੇ ਕੋਲੇ ਇੱਕ ਸ਼ਬਦ ਤੋਂ ਬਣੀਆਂ ਕਿਰਿਆਵਾਂ ਹੈ, ਕਿਉਂਕਿ ਪੜ੍ਹ ਜਿਹੜਾ ਉਹ ਇੱਕ ਹੀ ਸ਼ਬਦ ਹੈ ਔਰ ਖਾ ਵੀ ਇੱਕ ਹੀ ਸ਼ਬਦ ਹੈ, ਅਤੇ ਇਸ ਕਰਕੇ ਇਹ ਇੱਕ ਸ਼ਬਦ ਤੋਂ ਬਣੀਆਂ ਹੋਈਆਂ ਕਿਰਿਆਵਾਂ ਹੈ ਅਤੇ ਇਸ ਲਈ ਇਹ ਕਿਹੜੀਆਂ ਕਿਰਿਆਵਾਂ ਹੈ? ਕੈਰੀ ਕਿਰਿਆਵਾਂ ਹਨ। ਇਹੀ ਥੱਲੇ ਆਪਾਂ ਨੂੰ ਐਕਸਪਲੇਨੇਸ਼ਨ ਦੇ ਵਿੱਚ ਦਿੱਤਾ ਗਿਆ ਕਿ ਇਹਨਾਂ ਵਾਕਾਂ ਵਿੱਚ ਪੜ੍ਹ ਅਤੇ ਖਾ ਕਿਰਿਆਵਾਂ ਇੱਕ ਸ਼ਬਦ ਤੋਂ ਬਣੀਆਂ ਹਨ, ਇਸ ਲਈ ਇਹ ਕੈਰੀਆਂ ਕਿਰਿਆਵਾਂ ਹਨ। ਅੱਗੇ ਚੱਲਦੇ ਹਾਂ ਜੀ। ਤੀਜੀ ਵੰਡ ਦੇ ਤੀਜੀ ਪ੍ਰਕਾਰ ਦੀ ਵੰਡ ਦੀ ਦੂਸਰੀ ਟਾਈਪ ਆਪਣੇ ਕੋਲੇ ਸੰਯੁਕਤ ਕਿਰਿਆ। ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ ਤਾਂ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸੰਯੁਕਤ ਕਿਰਿਆ। ਜਦੋਂ ਕਿਰਿਆ ਦਾ ਜਿਹੜਾ ਰੂਪ ਹੈ ਉਹ ਇੱਕ ਤੋਂ ਵੱਧ ਕਿਰਿਆ ਦੇ ਸ਼ਬਦਾਂ ਦੇ ਸੰਯੋਗ ਤੋਂ ਬਣਦਾ, ਜਿਵੇਂ ਮੈਂ ਹਰ ਰੋਜ਼ ਖੇਡਿਆ ਕਰਾਂਗਾ। ਤਾਂ ਇਸ ਦੇ ਵਿੱਚ ਖੇਡਿਆ ਕਰਾਂਗਾ ਦੋ ਚੀਜ਼ਾਂ ਕਿਰਿਆ 'ਤੇ ਆ ਗਈਆਂ, ਠੀਕ ਹੈ, ਦੋ ਸ਼ਬਦ ਆ ਗਏ ਕਿਰਿਆ ਦੇ ਵਿੱਚ, ਇਸ ਕਰਕੇ ਇਹ ਸੰਯੁਕਤ ਕਿਰਿਆ ਹੈ। ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ। ਅਤੇ ਇੱਥੇ ਵਜਾ ਦਿਆ ਕਰ ਵੀ ਜਿਹੜੀ ਕਿਰਿਆ ਹੈ ਉਹ ਵੀ ਤਿੰਨ ਸ਼ਬਦਾਂ ਤੋਂ ਮਿਲ ਕੇ ਬਣੀ ਹੈ, ਤਾਂ ਇਸ ਕਰਕੇ ਇਹ ਕੀ ਹੈ? ਇਹ ਸੰਯੁਕਤ ਕਿਰਿਆ ਹੈ। ਇਹਨਾਂ ਵਾਕਾਂ ਵਿੱਚ ਖੇਡਿਆ ਕਰਾਂਗਾ ਅਤੇ ਵਜਾ ਦਿਆ ਕਰ ਕਿਰਿਆਵਾਂ ਇੱਕ ਤੋਂ ਵਧੇਰੇ ਸ਼ਬਦਾਂ ਨਾਲ ਬਣੀਆਂ ਹਨ, ਇਸ ਲਈ ਇਹ ਸੰਯੁਕਤ ਕਿਰਿਆਵਾਂ ਹਨ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਆਪਾਂ ਚੌਥੀ ਵੰਡ। ਚੌਥੀ ਵੰਡ ਦੇ ਵਿੱਚ ਆਪਣੇ ਕੋਲੇ ਸਭ ਤੋਂ ਪਹਿਲਾਂ ਆ ਜਾਂਦਾ ਜੀ ਮੂਲ ਕਿਰਿਆ। ਮੂਲ ਕਿਰਿਆ ਨੂੰ ਆਪਾਂ ਮੁੱਖ ਕਿਰਿਆ ਵੀ ਬੋਲਦੇ ਹਾਂ, ਠੀਕ ਹੈ ਜੀ, ਇਸ ਚੀਜ਼ ਨੂੰ ਯਾਦ ਰੱਖਣਾ। ਮੂਲ ਕਿਰਿਆ ਨੂੰ ਆਪਾਂ ਮੁੱਖ ਕਿਰਿਆ ਵੀ ਬੋਲਦੇ ਹਾਂ। ਮੂਲ ਕਿਰਿਆ ਸਹਾਇਕ ਕਿਰਿਆ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ, ਠੀਕ ਹੈ ਜੀ। ਜਿਹੜੀ ਆਪਣੀ ਮੂਲ ਕਿਰਿਆ ਜਾਂ ਮੁੱਖ ਕਿਰਿਆ ਹੈ ਉਹ ਇਕੱਲੀ ਵੀ ਹੋ ਸਕਦੀ ਹੈ ਅਤੇ ਉਸਦੇ ਨਾਲ ਕੋਈ ਸਹਾਇਕ ਕਿਰਿਆ ਜਿਹੜੀ ਉਹ ਵੀ ਹੋ ਸਕਦੀ ਹੈ, ਜਿਵੇਂ ਮਾਸਟਰ ਜੀ ਕੁਰਸੀ 'ਤੇ ਬੈਠੇ ਹਨ। ਤਾਂ ਇਸ ਵਾਕ ਦੇ ਵਿੱਚ ਬੈਠੇ ਹਨ ਕਿਰਿਆ ਹੈ, ਠੀਕ ਹੈ। ਜਿਹੜੇ ਇਹ ਦੋ ਸ਼ਬਦ ਹੈ ਇਹ ਕੀ ਆਪਣੇ ਕੋਲੇ ਕਿਰਿਆ, ਅਤੇ ਜਿਸ ਦੇ ਵਿੱਚ ਬੈਠੇ ਜਿਹੜਾ ਉਹ ਕੀ ਆਪਣੇ ਕੋਲੇ ਮੂਲ ਜਾਂ ਮੁੱਖ ਕਿਰਿਆ, ਠੀਕ ਹੈ ਜੀ। ਤਾਂ ਮੂਲ ਜਾਂ ਮੁੱਖ ਕਿਰਿਆ ਕਿਹੜੀ ਹੈ? ਜਿਹੜੀ ਕਦੇ ਇਹ ਸਹਾਇਕ ਕਿਰਿਆ ਦੇ ਨਾਲ ਵੀ ਹੋ ਸਕਦੀ ਹੈ ਔਰ ਸਹਾਇਕ ਤੋਂ ਬਿਨਾਂ ਵੀ ਹੋ ਸਕਦੀ। ਜੇ ਹੁਣ ਆਪਣੇ ਕੋਲੇ ਸੈਂਟੈਂਸ ਸਿਰਫ ਇੱਥੋਂ ਤੱਕ ਹੀ ਹੁੰਦਾ ਕਿ ਮਾਸਟਰ ਜੀ ਕੁਰਸੀ 'ਤੇ ਬੈਠੇ, ਤਾਂ ਫਿਰ ਕਿਸੇ ਬੈਠੇ ਆਪਣੇ ਕੋਲੇ ਜਿਹੜਾ ਸੀ ਉਹ ਮੁੱਖ ਕਿਰਿਆ ਸੀ, ਤਾਂ ਉਹ ਸਹਾਇਕ ਕਿਰਿਆ ਤੋਂ ਬਿਨਾਂ ਹੋਣੀ ਸੀ। ਹੁਣ ਪਿੱਛੇ ਹਨ ਲੱਗਾ ਹੋਇਆ, ਤਾਂ ਹਨ ਦੇ ਹਿਸਾਬ ਨਾਲ ਜਿਹੜੀ ਹਨ ਹੈ ਉਹ ਸਹਾਇਕ ਕਿਰਿਆ ਜਿਹੜੀ ਮੁੱਖ ਕਿਰਿਆ ਦੇ ਨਾਲ ਲੱਗੀ ਹੋਈ ਹੈ। ਤਾਂ ਆਪਣੇ ਕੋਲੇ ਮੁੱਖ ਕਿਰਿਆ ਕਿਹੜੀ ਹੈ? ਮੁੱਖ ਕਿਰਿਆ ਆਪਣੇ ਕੋਲੇ ਹੈ ਬੈਠੇ। ਅੱਗੇ ਇਸ ਦੀ ਦੂਸਰੀ ਟਾਈਪ ਦੇਖਦੇ ਹਾਂ ਆਪਾਂ ਚੌਥੀ ਵੰਡ ਦੀ। ਚੌਥੀ ਪ੍ਰਕਾਰ ਦੀ ਜਿਹੜੀ ਵੰਡ ਉਸ ਦੇ ਵਿੱਚ ਦੂਸਰੀ ਟਾਈਪ ਹੈ ਜੀ ਸਹਾਇਕ ਕਿਰਿਆ। ਤਾਂ ਸਹਾਇਕ ਕਿਰਿਆ ਕੀ ਹੁੰਦੀ ਹੈ? ਸਹਾਇਕ ਕਿਰਿਆ ਮੁੱਖ ਕਿਰਿਆ ਨਾਲ ਮਿਲ ਕੇ ਉਸਦੇ ਲਿੰਗ, ਵਚਨ, ਪੁਰਖ ਅਤੇ ਕਾਲ ਦਾ ਬੋਧ ਕਰਵਾਉਂਦੀ ਹੈ। ਤਾਂ ਸਹਾਇਕ ਕਿਰਿਆ ਦੇ ਵਿੱਚ ਕਿਹੜੀਆਂ ਕਿਹੜੀਆਂ ਕਿਰਿਆ ਆ ਜਾਂਦੇ ਸ਼ਬਦ, ਜਿਵੇਂ ਕਹਿ ਸਕਦੇ ਆਪਾਂ ਹੈ, ਸੀ, ਸਨ, ਹਨ, ਇਹ ਜਿਹੜੇ ਸਾਰੇ ਹੈ, ਹੋਰ ਵੀ ਕਈ ਤਰ੍ਹਾਂ ਦੇ ਇਹ ਸਾਰੇ ਸ਼ਬਦ ਆ ਜਿਹੜੇ ਇਹ ਸਹਾਇਕ ਕਿਰਿਆ ਨੂੰ ਰਿਪਰਜੈਂਟ ਕਰਦੇ ਆ। ਹੁਣ ਜਿਵੇਂ ਆਪਾਂ ਉਹੀ ਐਗਜ਼ਾਮਪਲ ਲੈ ਲਈ ਫਿਰ, ਮਾਸਟਰ ਜੀ ਕੁਰਸੀ 'ਤੇ ਬੈਠੇ ਹਨ। ਤਾਂ ਇਸ ਵਾਕ ਦੇ ਵਿੱਚ ਜਿਹੜਾ ਹਨ ਹੈ ਉਹ ਕੀ ਆਪਣੇ ਕੋਲੇ ਸਹਾਇਕ ਕਿਰਿਆ ਜੋ ਮੁੱਖ ਕਿਰਿਆ ਬੈਠੇ ਨਾਲ ਮਿਲ ਕੇ ਕਿਰਿਆ ਬਣਾ ਰਿਹਾ ਹੈ, ਕਿਉਂਕਿ ਆਪਾਂ ਪੜ੍ਹਿਆ ਕਿ ਇਹ ਦੋਨੋਂ ਸ਼ਬਦ ਕੀ ਆ ਆਪਣੇ ਕੋਲੇ ਕਿਰਿਆ ਹੈ, ਠੀਕ ਹੈ ਜੀ। ਬੈਠੇ ਹਨ ਆਪਣੇ ਕੋਲੇ ਹੈ ਕੀ ਹੈ? ਕਿਰਿਆ। ਔਰ ਇਸ ਦੇ ਵਿੱਚੋਂ ਜਿਹੜਾ ਹਨ ਹੈ ਉਹ ਆਪਣੇ ਕੋਲੇ ਕੀ ਆ? ਸਹਾਇਕ ਕਿਰਿਆ, ਸਹਾਇਕ ਕਿਰਿਆ, ਠੀਕ ਹੈ। ਔਰ ਜਿਹੜਾ ਬੈਠੇ ਆ ਉਹ ਆਪਣੇ ਕੋਲੇ ਕੀ ਹੈ?
ਮੁੱਖ ਕਿਰਿਆ ਹੈ। ਠੀਕ ਹੈ ਜੀ। ਤੇ ਇਸ ਕਰਕੇ ਇਸ ਦੇ ਵਿੱਚ ਜਿਹੜਾ ਆਪਣੇ ਕੋਲੇ ਹਨ ਹੈ ਉਹ ਸਹਾਇਕ ਕਿਰਿਆ, ਔਰ ਮੁੱਖ ਕਿਰਿਆ ਬੈਠੇ ਨਾਲ ਮਿਲ ਕੇ ਕੀ ਕਰ ਰਿਹਾ, ਉਹ ਕਿਰਿਆ ਬਣਾ ਰਿਹਾ ਹੈ। ਚਲੋ ਜੀ ਅੱਗੇ ਚੱਲਦੇ ਹਾਂ। ਅੱਗੇ ਆਪਣੇ ਕੋਲੇ ਲਾਸਟ ਜਿਹੜੀ ਟਾਈਪ ਆ ਜਾਂਦੀ ਹੈ ਕਿਰਿਆ ਦੇ ਵਿੱਚ, ਉਹ ਆ ਜਾਂਦੀ ਹੈ ਸਸਰੰਗੀ ਕਿਰਿਆ। ਸਸਰੰਗੀ ਕਿਰਿਆ, ਸਸਰੰਗੀ ਕਿਰਿਆ। ਤਾਂ ਸਸਰੰਗੀ ਕਿਰਿਆ ਕੀ ਹੈ ਕਿ ਕਈ ਵਾਕਾਂ ਵਿੱਚ ਹੈ ਜਾਂ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਸਸਰੰਗੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਜਿਸ ਦੇ ਵਿੱਚ ਆਪਾਂ ਕਈ ਵਾਕਾਂ ਦੇ ਵਿੱਚ ਇਕੱਲਾ ਹੀ ਕੀ ਹੈ ਜਾਂ ਸੀ ਸ਼ਬਦ ਲੱਗਾ ਹੁੰਦਾ, ਜਿਹੜਾ ਕਿ ਆਪਾਂ ਨੂੰ ਕਿਰਿਆ ਦਾ ਰੂਪ ਦਿੰਦਾ, ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ, ਸਸਰੰਗੀ ਕਿਰਿਆ। ਤਾਂ ਕਿਵੇਂ, ਜਿਵੇਂ ਪਹਿਲਾ ਸੈਂਟੈਂਸ ਆਪਣੇ ਕੋਲੇ ਆ ਗੀਤਾ ਆਲਸੀ ਸੀ, ਤਾਂ ਹੁਣ ਗੀਤਾ ਹੋ ਗਿਆ ਆਪਣੇ ਕੋਲੇ ਕਰਤਾ। ਠੀਕ ਹੈ ਜੀ। ਤਾਂ ਆਲਸੀ ਕੀ ਹੋ ਗਿਆ ਆਪਣੇ ਕੋਲੇ, ਉਹਦਾ ਕੋਈ ਗੁਣ ਜਾਂ ਔਗਣ ਕਹਿ ਸਕਦੇ ਹਾਂ ਆਪਾਂ। ਔਰ ਸੀ ਕੀ ਹੋ ਗਿਆ ਆਪਣੇ ਕੋਲੇ, ਸੀ ਜਿਹੜਾ ਉਹ ਆਪਣੇ ਕੋਲੇ ਇੱਕ ਕਿਰਿਆ ਦੇ ਰੂਪ ਵਿੱਚ ਹੈ। ਤਾਂ ਉੱਥੇ ਜਿਹੜਾ ਇਸ ਤਰ੍ਹਾਂ ਦੇ ਸੀ, ਜਾਂ ਜਿਵੇਂ ਰਾਮ ਇੱਕ ਹੁਸ਼ਿਆਰ ਲੜਕਾ ਹੈ, ਹੁਣ ਰਾਮ ਤਾਂ ਕਰਤਾ ਹੋ ਗਿਆ। ਠੀਕ ਹੈ। ਔਰ ਹੁਸ਼ਿਆਰ ਉਹਦਾ ਕੋਈ ਗੁਣ ਜਾਂ ਔਗਣ ਹੋ ਗਿਆ। ਔਰ ਜੋ ਹੈ ਉਹ ਆਪਣੇ ਕੋਲੇ ਕੀ ਹੈ, ਇਸ ਦੇ ਵਿੱਚ ਵੀ ਹੈ ਆਪਣੇ ਕੋਲੇ ਕਿਰਿਆ ਹੈ। ਇੱਕ ਸ਼ਬਦ ਹੈ ਜਿਹੜਾ ਹੈ ਉਹ ਕਿਸ ਨੂੰ ਰਿਪਰਜੈਂਟ ਕਰ ਰਿਹਾ, ਕਿਰਿਆ ਨੂੰ। ਇਸ ਕਰਕੇ ਇਹਨਾਂ ਵਾਕਾਂ ਵਿੱਚ ਸੀ ਅਤੇ ਹੈ ਸ਼ਬਦ ਸਸਰੰਗੀ ਕਿਰਿਆ ਹਨ। ਅਤੇ ਇਸ ਦੇ ਵਿੱਚ ਜਿਹੜੇ ਇਹ ਦੋ ਸ਼ਬਦ ਹੈ, ਜਦੋਂ ਹੈ ਅਤੇ ਸੀ ਇਸ ਤਰ੍ਹਾਂ ਇਕੱਲੇ ਆ ਜਾਣ, ਜਿਵੇਂ ਪਿਛਲੇ ਵਾਕਾਂ ਦੇ ਵਿੱਚ ਆਪਾਂ ਬੈਠਾ ਸੀ, ਬੈਠੇ ਸਨ, ਪੜ੍ਹਦਾ ਹੈ, ਲਿਖਦਾ ਹੈ, ਤਾਂ ਉਸ ਦੇ ਵਿੱਚ ਜਿਹੜਾ ਲਿਖਦਾ, ਪੜ੍ਹਦਾ, ਇਹ ਆਪਣੇ ਕੋਲੇ ਮੁੱਖ ਕਿਰਿਆ ਆ ਜਾਂਦੀ। ਔਰ ਉਸ ਦੇ ਨਾਲ ਜਿਹੜਾ ਹੈ ਜਾਂ ਸੀ ਜਾਂ ਸਨ ਲੱਗਿਆ ਹੁੰਦਾ, ਉਹ ਸਹਾਇਕ ਕਿਰਿਆ ਆ ਜਾਂਦੀ ਹੈ। ਪਰ ਜਿੱਥੇ ਇਹਨਾਂ ਦੇ ਨਾਲ ਹੁਣ ਇੱਥੇ ਗੀਤਾ ਆਲਸੀ ਸੀ, ਠੀਕ ਹੈ, ਤਾਂ ਸੀ ਜਿਹੜਾ ਉਹ ਕਿਰਿਆ ਨੂੰ ਹੀ ਰਿਪਰਜੈਂਟ ਕਰ ਰਿਹਾ, ਕਿਉਂਕਿ ਇਸ ਦੇ ਵਿੱਚ ਕੋਈ ਪੜ੍ਹਦਾ, ਲਿਖਦਾ ਜਾਂ ਕੁਛ ਹੋਰ ਤਰ੍ਹਾਂ ਦਾ ਸ਼ਬਦ ਨਹੀਂ ਆ ਰਿਹਾ। ਇਸ ਕਰਕੇ ਜਿਹੜੀ ਆਪਣੇ ਕੋਲੇ ਕਿਰਿਆ ਆ ਰਹੀ ਹੈ ਉਹ ਕਿਹੜੀ ਆ ਰਹੀ ਹੈ, ਸੀ ਅਤੇ ਹੈ। ਇਹ ਦੋ ਸ਼ਬਦ ਆ ਜਿਹੜੇ ਆਪਣੇ ਕੋਲੇ ਸੀ ਅਤੇ ਹੈ, ਇਹ ਕੀ ਕਰ ਰਿਹਾ, ਕਿਰਿਆ ਨੂੰ ਰਿਪਰਜੈਂਟ ਕਰ ਰਿਹਾ। ਅਤੇ ਕਿਹੜੀ ਕਿਰਿਆ, ਕਿਰਿਆ ਇਹ ਆਪਣੇ ਕੋਲੇ ਸਸਰੰਗੀ ਕਿਰਿਆ। ਠੀਕ ਹੈ ਜੀ। ਤਾਂ ਇਹ ਸੀ ਜੀ ਆਪਣੇ ਕੋਲੇ ਅੱਜ ਦਾ ਟੌਪਿਕ ਆਪਣਾ ਕਿਰਿਆ, ਜਿਸ ਦੇ ਵਿੱਚ ਆਪਾਂ ਦੇਖਿਆ ਕਿ ਕਿਰਿਆ ਕੀ ਹੁੰਦੀ ਹੈ, ਉਸਦੀਆਂ ਟਾਈਪਸ ਕਿਹੜੀਆਂ ਕਿਹੜੀਆਂ, ਅੱਗੇ ਉਸਦੀਆਂ ਉਹਨਾਂ ਦੀਆਂ ਆਪਾਂ ਸਬ ਟਾਈਪਸ ਵੀ ਕੀਤੀਆਂ। ਤਾਂ ਇਹ ਟੌਪਿਕ ਇੰਪੋਰਟੈਂਟ ਹੈ, ਇਸ ਨੂੰ ਇੱਕ ਵਾਰੀ ਧਿਆਨ ਨਾਲ ਦੇਖ ਲੈਣਾ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਊਗਾ। ਜੇ ਸੈਸ਼ਨ ਪਸੰਦ ਆਇਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ, ਜਿੱਥੇ ਵੀ ਤੁਸੀਂ ਉਹਨਾਂ ਨਾਲ ਜੁੜੇ ਹੋਏ ਹੋ, ਔਰ ਲਾਈਕ ਜ਼ਰੂਰ ਕਰ ਦੇਣਾ ਸੈਸ਼ਨ ਨੂੰ। ਕੱਲ੍ਹ ਮਿਲਾਂਗੇ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਤਦ ਤੱਕ ਲਈ ਧੰਨਵਾਦ।